ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਇੱਕ ਭਰਿਆ ਪੂਰਾ ਦਿਨ ਦਾ ਚੌਥਾ ਅੰਗ ਹੈ। ਜੀਵਨ ਦੇ ਮਕਸਦ ਨੂੰ ਸਪਸ਼ਟ ਕਰਦਾ ਹੈ ਲਿਖਣਾ। ਸਵੇਰੇ 5:50 ਮੈਂ ਘਰ ਦੀ ਪਹਿਲੀ ਮੰਜ਼ਿਲ 'ਤੇ ਆ ਗਿਆ, ਤਕਰੀਬਨ 2 ਘੰਟੇ ਲਈ। ਇਹ ਕੋਈ ਪੱਕਾ ਟਿਕਾਣਾ ਨਹੀਂ ਹੈ ਹਰ ਵੇਲੇ ਪੜ੍ਹਨ ਲਿਖਣ ਦਾ। ਉਂਝ ਮੈਂ ਬੈੱਡ 'ਤੇ ਬੈਠ ਕੇ ਵੀ ਪੜ੍ਹ ਲਿਖ ਲੈਂਦਾ। ਬੈੱਡ 'ਤੇ ਰੱਖਣ ਵਾਲਾ ਇੱਕ ਛੋਟਾ ਜਿਹਾ ਟੇਬਲ ਵੀ ਰੱਖਿਆ ਹੈ। ਥੱਲੇ ਬੈੱਡਰੂਮ 'ਚ ਇੱਕ ਕੰਧ ਟੇਬਲ ਵੀ ਹੈ। ਮੌਕੇ ਮੁਤਾਬਕ ਬੰਦ ਖੁੱਲ੍ਹ ਜਾਂਦਾ ਹੈ। ਉਂਝ ਇਸ ਉੱਪਰ ਵਾਲੇ ਕਮਰੇ 'ਚ ਪੱਕੇ ਤੌਰ 'ਤੇ ਲਾਇਬ੍ਰੇਰੀ ਜ਼ਰੂਰ ਹੈ। ਮੇਰੀ ਇਸ ਲਾਇਬ੍ਰੇਰੀ ਵਿੱਚ ਤਕਰੀਬਨ 2,000 ਕਿਤਾਬਾਂ ਤਾਂ ਹੋਣਗੀਆਂ। ਉਹਨਾਂ ਵਿੱਚ ਮੈਡੀਕਲ ਦੇ ਵਿਸ਼ੇ ਤੋਂ ਇਲਾਵਾ ਸਾਹਿਤ ਦੀਆਂ ਸਾਰੀਆਂ ਵੰਨਗੀਆਂ, ਮਿੰਨੀ ਕਹਾਣੀਆਂ, ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ ਦੇ ਨਾਲ-ਨਾਲ ਸਮਾਜਿਕ, ਮਨੋਵਿਗਿਆਨਕ, ਫਿਲਾਸਫੀ ਆਦਿ ਦੀਆਂ ਪੁਸਤਕਾਂ ਮੌਜੂਦ ਹਨ। ਮੈਂ ਲਿਖਦਾ ਹੀ ਸਭ ਕੁਝ ਹਾਂ। ਕਵਿਤਾ ਤੋਂ ਸ਼ੁਰੂ ਹੋਇਆ, ਕਹਾਣੀ ਲਿਖੀ, ਫਿਰ ਮਿੰਨੀ ਕਹਾਣੀ ਵੱਲ ਕੁਝ ਵੱਧ ਰੁਝਾਨ ਹੋ ਗਿਆ। ਮਿੰਨੀ ਤ੍ਰੈਮਾਸਿਕ ਮੈਗਜ਼ੀਨ ਦਾ ਸੰਪਾਦਨ ਕਰਕੇ ਇਸ ਵਿਧਾ ਨਾਲ ਮੇਰਾ ਨਾਮ ਜੁੜਿਆ। ਭਾਵੇਂ ਨਾਟਕ ਵੀ ਲਿਖੇ, ਲੰਮੇ ਸਮੇਂ ਤੋਂ ਅਖਬਾਰਾਂ 'ਚ ਕਾਲਮ ਵੀ ਲਿਖ ਰਿਹਾ। ਮੈਂ ਆਪਣੇ ਆਪ ਨੂੰ ਕਈ ਵਾਰ ਸੋਚਣ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਕਦੇ ਵੀ ਇੱਕ ਵਿਧਾ ਨਾਲ ਪੱਕਾ ਨਹੀਂ ਜੋੜ ਸਕਿਆ। ਇਸੇ ਤਰ੍ਹਾਂ ਗਿਆਨ ਵਿਗਿਆਨ ਬਾਰੇ ਲਿਖਦਿਆਂ ਵੀ ਕਿਸੇ ਤਰ੍ਹਾਂ ਦੇ ਮਾਹਿਰਾਨਾ ਪੱਖ ਤੋਂ ਇੱਕੋ ਹੀ ਵਿਸ਼ੇ ਨਾਲ ਨਹੀਂ ਬੱਝਿਆ ਰਹਿ ਸਕਿਆ। ਜਿਵੇਂ ਸ਼ੂਗਰ ਰੋਗ 'ਤੇ ਮੇਰੀ ਕਿਤਾਬ ਛਪੀ, ਫਿਰ ਬਲੱਡ ਪ੍ਰੈਸ਼ਰ ਨੂੰ ਲੈ ਕੇ ਇਸੇ ਲੜੀ 'ਚ ਹੋਰ ਜਿਵੇਂ ਬੱਚਿਆਂ, ਕਿਸ਼ੋਰਾਂ, ਨਸ਼ਿਆਂ ਆਦਿ ਬਾਰੇ। ਵੈਸੇ ਤਾਂ ਬਹੁਤ ਪੁਰਾਣੀ ਗੱਲ ਹੈ, 3 ਦਹਾਕੇ ਪਹਿਲਾਂ ਦੀ। ਲੋ ਦੇ ਦਫ਼ਤਰ ਵਿੱਚ ਪਰਮਿੰਦਰਜੀਤ ਨੂੰ ਮਿਲਣ ਗਿਆ ਤਾਂ ਉੱਥੇ ਕਵੀ ਹਰਭਜਨ ਹੁੰਦਲ ਬੈਠੇ ਸੀ। ਪਰਮਿੰਦਰਜੀਤ ਨੇ ਮੇਰੇ ਬਾਰੇ ਦੱਸਿਆ। ਹੁੰਦਲ ਸਾਹਿਬ ਕਹਿੰਦੇ, ਨਾਂ ਤਾਂ ਸੁਣਿਆ ਹੈ ਪਰ ਲਿਖਦਾ ਕੀ ਹੈ ਚੇਤੇ ਨਹੀਂ ਆ ਰਿਹਾ। ਪਤਾ ਨਹੀਂ ਉਹਨਾਂ ਦਾ ਇਹ ਅੰਦਾਜ਼ ਸੀ, ਪਰ ਗੱਲ ਸੱਚੀ ਕਹੀ ਸੀ। ਭਾਵੇਂ 30 ਸਾਲ ਪੁਰਾਣੀ ਹੈ, ਅਜੇ ਵੀ ਮੇਰੇ ਬਾਰੇ ਇਹੋ ਸੋਚ ਹੈ। ਮੈਨੂੰ ਕਿਸੇ ਵਿਧਾ ਦੇ ਵਰਗ ਵਿੱਚ ਰੱਖਣ ਵੇਲੇ ਔਖ ਹੁੰਦੀ ਹੈ। ਲੇਖਕ ਹੋਣਾ ਤਾਂ ਬਹੁਤ ਮਾਇਨੇ ਨਹੀਂ ਰੱਖਦਾ, ਖਾਸ ਕਰ ਅੱਜ ਕੱਲ੍ਹ ਵਿਸ਼ੇਸ਼ੱਗ ਜਾਂ ਉਸ ਤੋਂ ਵੀ ਅੱਗੇ ਸੁਪਰ ਵਿਸ਼ੇਸ਼ੱਗਾਂ ਦੇ ਯੁੱਗ ਵਿੱਚ। ਮੈਂ ਦੇਖਿਆ ਖੁੱਲ੍ਹੀ ਕਵਿਤਾ ਦਾ ਸਮਾਗਮ ਸੀ ਤੇ ਕਵੀ ਦਰਬਾਰ 'ਚ ਪਹਿਲੀ ਚੇਤਾਵਨੀ ਸੀ ਕਿ ਗਜ਼ਲ ਨਾ ਪੜ੍ਹੀ ਜਾਏ। ਤੇ ਅੱਜ ਕੱਲ੍ਹ ਵਰਗ ਵੰਡ ਹੈ, ਪਛਾਣ ਚਿੰਨ੍ਹ ਹੈ ਸਨਮਾਨ ਲੈਣ ਵੱਲ ਜਾਣ ਵਾਲਾ ਰਸਤਾ। ਮੈਂ ਕੀ ਲਿਖਦਾ ਤੋਂ ਵੱਧ ਮੇਰੇ ਦਿਮਾਗ 'ਚ ਇਹ ਸਵਾਲ ਅਹਿਮ ਹੈ ਕਿ ਮੈਂ ਕਿਉਂ ਲਿਖਦਾ। ਮੇਰਾ ਕੋਈ ਸਾਹਿਤਕ ਗੁਰੂ ਵੀ ਨਹੀਂ ਹੈ। ਕਈ ਚੰਗੇ ਪ੍ਰੌੜ ਲੇਖਣ 'ਚ ਨਾਮਣਾ ਕਮਾ ਚੁੱਕੇ ਲੋਕ ਮਿਲੇ, ਪਰ ਕਿਸੇ ਨੂੰ ਮੇਰੇ ਅੰਦਰ ਲਿਖਣ ਦੀ ਪ੍ਰਤਿਭਾ ਨਹੀਂ ਦਿਸੀ। ਜਾਂ ਮੈਨੂੰ ਮੈਡੀਕਲ ਦਾ ਡਾਕਟਰ, ਇੱਕ ਗਜ਼ਟਡ ਆਫੀਸਰ ਸਮਝਦਿਆਂ ਰਾਏ ਦੇਣਾ ਮੁਨਾਸਬ ਨਹੀਂ ਸਮਝਿਆ, ਜਾਂ ਕਤਰਾਉਂਦੇ ਰਹੇ। ਮੈਨੂੰ ਉਹਨਾਂ ਦੇ ਮਨ ਸੁਭਾਅ ਬਾਰੇ ਕੋਈ ਖਾਸ ਪਤਾ ਨਹੀਂ। ਮੈਂ 9ਵੀਂ ਜਮਾਤ ਤੋਂ ਲਿਖਣਾ ਸ਼ੁਰੂ ਕੀਤਾ। ਮੇਰੇ ਕੋਲ ਉਸ ਸਮੇਂ ਦੀ ਮੇਰੀ ਹੱਥ ਲਿਖਤ ਕੁਝ ਕਵਿਤਾਵਾਂ, ਤੁਕਬੰਦੀਆਂ ਵਾਲੀ ਡਾਇਰੀ ਪਈ ਹੈ। ਪਹਿਲੇ ਪੰਨੇ 'ਤੇ ਪਹਿਲੀ ਰਚਨਾ ਦੀ ਪਹਿਲੀ ਸਤਰ ਹੈ, ਕੋਈ ਮੁਝਸੇ ਵੀ ਤੋਂ ਪਿਆਰ ਕਰੋ। ਹਿੰਦੀ 'ਚ ਲਿਖਦਾ ਸੀ। ਉਹ ਉਮਰ, ਉਸ ਉਮਰ ਦੀ ਲੋੜ, ਉਸ ਸਮੇਂ ਘਰ ਦਾ ਮਾਹੌਲ, ਕੁਝ ਕੁ ਇਹਨਾਂ ਸ਼ਬਦਾਂ 'ਚ ਹੈ। ਮੇਰੇ ਕਹਿਣ ਦਾ ਮਤਲਬ ਹੈ, ਮੈਂ ਸਾਹਿਤ ਪੜ੍ਹਿਆ ਤੇ ਫਿਰ ਲੱਗਿਆ ਕਿ ਅਜਿਹੀਆਂ ਘਟਨਾਵਾਂ, ਵਾਰਦਾਤਾਂ, ਹਾਦਸੇ ਮੇਰੇ ਇਰਦ ਗਿਰਦ ਵੀ ਹਨ। ਮੈਂ ਲਿਖਣ ਦੀ ਕੋਸ਼ਿਸ਼ ਕੀਤੀ। ਮੈਡੀਕਲ ਦੀ ਪੜ੍ਹਾਈ ਤੇ ਉਸ ਨਾਲ ਵਿਕਸਿਤ ਹੋਈ ਸਮਝ, ਦੋਸਤਾਂ ਦਾ ਘੇਰਾ, ਮਾਰਕਸ ਨਾਲ ਜਾਣ ਪਛਾਣ ਨੇ ਇਸ ਸਮਝ ਨੂੰ ਹੋਰ ਡੂੰਘਾ ਕਰ ਦਿੱਤਾ। ਜੋ ਵੀ ਮੈਨੂੰ ਅਸਾਵਾਂ ਲੱਗਦਾ, ਜੋ ਵੀ ਇਸ ਅਹਿਸਾਸ ਨਾਲ ਟੁੰਬਦਾ ਕਿ ਇਹ ਗੱਲ ਕਹਿਣੀ ਲਿਖਣੀ ਚਾਹੀਦੀ ਹੈ, ਲਿਖਦਾ। ਮੈਂ ਸਿਹਤ ਨੂੰ ਵੀ ਵੱਡੀ ਪੱਧਰ 'ਤੇ ਲਿਖਿਆ, ਪਰ ਸਿਹਤ ਪ੍ਰਤੀ ਇੱਕ ਨਜ਼ਰੀਏ ਨਾਲ। ਮੈਂ ਕਦੀ ਬਿਮਾਰੀਆਂ ਨੂੰ ਕਾਰਨਾਂ, ਲੱਛਣਾਂ ਤੇ ਇਲਾਜ ਦੇ ਚੌਕਟੇ 'ਚ ਰੱਖ ਕੇ ਨਹੀਂ ਲਿਖਿਆ। ਮੈਂ ਇਸ ਪੱਖੋਂ ਪਹਿਲੇ ਦਿਨ ਤੋਂ ਹੀ ਸੁਚੇਤ ਰਿਹਾ ਕਿ ਸਿਹਤ ਸੰਬੰਧੀ ਲੇਖ ਮੇਰੀਆਂ ਪਾਠ ਪੁਸਤਕਾਂ ਦਾ ਅਨੁਵਾਦ ਨਾ ਜਾਪਣ। ਮੈਂ ਆਪ ਇਹਨਾਂ ਲਿਖਤਾਂ 'ਚ ਮੌਜੂਦ ਹੋਵਾਂ ਇੱਕ ਖਾਸ ਨਜ਼ਰੀਏ ਨਾਲ। ਮੈਂ ਮਾਨਸਿਕ ਰੋਗ ਵਿਭਾਗ ਵਿੱਚ ਹਾਊਸ ਜੌਬ ਕੀਤੀ। 6 ਮਹੀਨੇ ਕੰਮ ਕੀਤਾ, ਦੇਖਿਆ, ਸਿੱਖਿਆ। ਫਿਰ ਅਗਲੇ ਸਾਲ ਸਮਾਜ ਵਿਗਿਆਨ ਦੀ MA ਕਰਨ ਦਾ ਸਬੱਬ ਬਣਿਆ ਤੇ ਮੈਂ ਵੱਖ-ਵੱਖ ਮਾਨਸਿਕ ਰੋਗਾਂ ਨੂੰ ਸਮਾਜਿਕ ਪਰਿਪੇਖ ਤੋਂ ਵਿਚਾਰਿਆ ਤੇ ਲਿਖਿਆ, ਜਿਸ ਤੋਂ ਕਿਤਾਬ ਨਿਕਲੀ ਮਨ, ਮਾਹੌਲ, ਮਨੋਰੋਗ। ਮੈਂ ਫਿਰ MD ਕਰਨ ਆਇਆ। ਕਮਿਊਨਿਟੀ ਮੈਡੀਸਨ ਵਿੱਚ ਉਹਨੇ ਇੱਕ ਨਵਾਂ ਨਜ਼ਰੀਆ ਦਿੱਤਾ ਕਿ ਬਿਮਾਰੀ ਲੱਛਣ, ਦਵਾਈ ਰਾਹੀਂ ਇਲਾਜ ਕਾਫੀ ਨਹੀਂ ਹੈ। ਬਾਰ-ਬਾਰ ਬਿਮਾਰ ਹੋਣ ਤੋਂ ਬਚਣਾ ਤੇ ਬਹੁਤ ਵੱਡਾ ਅਹਿਮ ਪੱਖ ਸਾਡਾ ਸਮਾਜਿਕ ਆਲਾ ਦੁਆਲਾ ਹੈ। ਪਰਿਵਾਰ, ਕੰਮ ਵਾਲੀ ਥਾਂ, ਤਨਖਾਹ, ਖੁਰਾਕ, ਦੇਸ਼ ਦੀਆਂ ਸਿਹਤ ਨੀਤੀਆਂ। ਮੈਂ ਇੱਕ ਬਿਮਾਰੀ ਨੂੰ ਲੈ ਕੇ ਲਿਖਿਆ ਤੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਿਮਾਰੀ ਤੋਂ ਛੁਟਕਾਰੇ ਲਈ ਦਵਾਈ ਕੋਈ ਹੱਲ ਨਹੀਂ ਹੈ ਤੇ ਕਿਤਾਬ ਬਣੀ ਦਵਾਈਆਂ ਨੂੰ ਹਾਰ।
ਇਸ ਤਰ੍ਹਾਂ ਜਿਵੇਂ ਜਿਵੇਂ ਜ਼ਿੰਦਗੀ ਹਾਲਾਤ ਨਾਲ ਵਾਕਫ ਹੋਈ ਤੇ ਨਾਲ ਕੁਝ ਪੜ੍ਹਦਾ ਰਿਹਾ ਤੇ ਕਈ ਨਵੇਂ ਪਹਿਲੂ ਸਾਹਮਣੇ ਆਏ। ਤਰਕਸ਼ੀਲ ਮੈਗਜ਼ੀਨ 'ਚ ਲਗਾਤਾਰ ਲਿਖਦਾ ਸੀ, ਸੁਸਾਇਟੀ ਆਪਣੇ ਵਿਸ਼ੇਸ਼ ਕਾਰਜ ਲਈ ਪਛਾਣੀ ਜਾਂਦੀ ਹੈ। ਘਰ 'ਚ ਪੱਥਰ ਡਿੱਗਣੇ, ਅੱਗ ਲੱਗਣ, ਕੱਪੜੇ ਕੱਟੇ ਜਾਣੇ, ਖੂਨ ਦੇ ਛਿੱਟੇ ਪੈਣੇ ਆਦਿ ਦੇ ਕੇਸਾਂ ਨੂੰ ਹੱਲ ਕਰਦੀ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਕੋਈ ਨਾ ਕੋਈ ਮਾਨਸਿਕ ਵਿਕਾਰ ਹੁੰਦਾ ਹੈ। ਇਹਨਾਂ ਕੇਸਾਂ ਨੂੰ ਹੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਇੱਕ ਸੀਨੀਅਰ ਆਗੂ ਰਜਿੰਦਰ ਭਦੌੜ ਨੇ ਕਿਹਾ ਕਿ ਅੱਜ ਕੱਲ੍ਹ ਇਹਨਾਂ ਕੇਸਾਂ 'ਚ ਸੈਕਸ ਨਾਲ ਜੁੜੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲ ਜਾਂਦੀਆਂ। ਉਹਨਾਂ ਦੀ ਇਸ ਗੱਲ ਨੂੰ ਮੁੱਖ ਰੱਖਦਿਆਂ ਸੈਕਸ ਦੇ ਸਰੀਰ ਵਿਗਿਆਨ ਤੇ ਮਾਨਸਿਕਤਾ ਨੂੰ ਲੈ ਕੇ ਲੜੀਵਾਰ ਨੌਜਵਾਨ ਤੇ ਸੈਕਸ ਸਮੱਸਿਆਵਾਂ ਬਾਰੇ ਲੇਖ ਲਿਖੇ, ਜੋ ਤਕਰੀਬਨ 2 ਸਾਲ ਛਪਿਆ। ਉਹ ਨੌਜਵਾਨਾਂ 'ਚ ਕਾਫੀ ਪ੍ਰਚਲਿਤ ਹੋਏ ਤੇ ਉਹਨੇ ਕਾਫੀ ਕੇਸ ਹੱਲ ਵੀ ਕੀਤੇ। ਮੇਰੇ ਕੋਲ ਵੀ ਕਾਫੀ ਨੌਜਵਾਨਾਂ ਨੇ ਪਹੁੰਚ ਕੀਤੀ ਤਾਂ ਕਿਤਾਬ ਬਣਾਈ, ਨੌਜਵਾਨ ਤੇ ਸੈਕਸ ਸਮੱਸਿਆਵਾਂ। ਤੇ ਇਹ ਕਿਤਾਬ ਕਰਨਾਲ 'ਚ ਮਨੋਰੋਗ ਕੇਂਦਰ ਚਲਾਉਂਦੇ ਡਾਕਟਰ ਜਗਦੀਸ਼ ਬਾਠਲਾ ਦੇ ਹੱਥ ਲੱਗੀ ਤਾਂ ਉਹਨਾਂ ਨੇ ਹਿੰਦੀ 'ਚ ਛਾਪਣ ਦੀ ਇੱਛਾ ਜ਼ਾਹਰ ਕੀਤੀ ਤੇ ਫਿਰ ਆਪਣੇ ਕੇਂਦਰ 'ਚ ਆਉਂਦੇ ਮਰੀਜ਼ਾਂ ਨੂੰ ਦਵਾਈ ਦੇ ਨਾਲ ਵੰਡੀ। ਮੈਂ ਆਪਣੇ ਵਿਦਿਆਰਥੀਆਂ ਦਾ ਇੱਕ ਸਰਵੇਖਣ ਲਗਾਤਾਰ ਕਰਦਾ ਆ ਰਿਹਾ ਸੀ। ਕੁਝ ਪ੍ਰਸ਼ਨ ਹੁੰਦੇ ਹਨ। ਇੱਕ ਪ੍ਰਸ਼ਨ ਹੁੰਦਾ ਹੈ ਕਿ ਤੁਹਾਡਾ ਰੋਲ ਮਾਡਲ ਕੌਣ ਹੈ, ਤੇ ਨਾਲ ਹੀ ਦੂਜਾ ਹਿੱਸਾ ਹੁੰਦਾ ਤੁਸੀਂ ਆਪਣੇ ਰੋਲ ਮਾਡਲ 'ਚ ਕਿਹੜੇ ਗੁਣ ਦੇਖਣ ਦੇ ਚਾਹਵਾਨ ਹੋ, ਕੋਈ 2 ਗੁਣ ਦੱਸੋ। ਜਦੋਂ ਮੈਂ ਸਾਰੇ ਸਰਵੇਖਣ ਦੇ ਨਤੀਜੇ ਕੱਢੇ ਤਾਂ ਬੱਚਿਆਂ ਨੇ 40 ਤੋਂ ਵੀ ਵੱਧ ਗੁਣਾਂ ਦੀ ਚਰਚਾ ਕੀਤੀ ਸੀ। ਮੈਂ ਉਹਨਾਂ ਨੂੰ ਲੈ ਕੇ ਇੱਕ ਕਿਤਾਬ ਤਿਆਰ ਕਰਨ ਦਾ ਮਨ ਬਣਾਇਆ, ਉਹ ਗੁਣ ਜੋ ਕਿ ਆਪਸੀ ਰਿਸ਼ਤੇ ਨੂੰ ਵਧੀਆ ਤੇ ਸਦੀਵੀ ਬਣਾਉਣ ਲਈ ਲੋੜੀਂਦੇ ਹਨ। ਉਸ ਕਿਤਾਬ ਦੇ ਲੇਖ ਲਿਖ ਹੀ ਰਿਹਾ ਸੀ ਕਿ ਬੇਟੀ ਦਾ ਵਿਆਹ ਤੈਅ ਹੋ ਗਿਆ। ਅਜੇ 20 ਕੁ ਗੁਣਾਂ 'ਤੇ ਹੀ ਗੱਲ ਹੋਈ ਸੀ ਕਿ ਮੈਂ ਉਹਨਾਂ ਦੀ ਇੱਕ ਕਿਤਾਬ ਇੱਕ ਮਿਕਤਾ ਦਾ ਆਨੰਦ ਛਾਪ ਕੇ ਬੇਟੀ ਦੇ ਵਿਆਹ ਦੇ ਸੱਦਾ ਪੱਤਰ ਨਾਲ ਸਭ ਨੂੰ ਦਿੱਤੀ ਤੇ ਬਰਾਤ 'ਚ ਸ਼ਾਮਲ ਹੋਏ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਜਾਣ ਲੱਗਿਆ ਭੇਟ ਕੀਤੀ। ਬਾਅਦ ਵਿੱਚ ਹੋਰ ਲੇਖ ਜੋੜੇ ਤੇ ਸਾਂਝ ਦਾ ਆਨੰਦ ਕਿਤਾਬ ਤਿਆਰ ਹੋਈ। ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ, ਇਹਨਾਂ ਦੀਆਂ ਖਾਹਿਸ਼ਾਂ, ਦਿੱਕਤਾਂ, ਪਰੇਸ਼ਾਨੀਆਂ ਦਾ ਅਧਿਐਨ ਕਰਦਿਆਂ, ਖਾਸ ਕਰ ਕਿਸ਼ੋਰ ਅਵਸਥਾ ਨੂੰ ਲੈ ਕੇ ਇਹ ਜਾਣਿਆ ਕਿ ਦੁਨੀਆ ਦੇ 3 ਮੂਲ ਰੰਗ ਹਨ। ਇਹਨਾਂ ਤਿੰਨਾਂ ਨੂੰ ਵੱਖ-ਵੱਖ ਅਨੁਪਾਤ ਤੇ ਅੰਦਾਜ਼ 'ਚ ਮਿਲਾ ਕੇ ਹਜ਼ਾਰਾਂ ਹੀ ਕਲਾਕ੍ਰਿਤਾਂ ਦਾ ਜਨਮ ਹੋਇਆ ਹੈ, ਜਿਨ੍ਹਾਂ ਨੇ ਮਨੁੱਖ ਨੂੰ ਪ੍ਰਭਾਵਿਤ ਕੀਤਾ ਹੈ। ਮੈਂ ਵੀ ਆਪਣੇ ਹੋਏ ਵਿਕਾਸ ਨੂੰ ਉਹਨਾਂ ਵਿੱਚੋਂ ਇੱਕ ਸਮਝਦਾ। ਸਮਾਜ, ਸਰੀਰ ਤੇ ਮਨ ਦੇ ਸੁਮੇਲ ਨੂੰ ਲੋਕਾਂ ਤੋਂ ਪਹਿਲਾਂ ਖੁਦ ਨੂੰ ਜਾਣਦਾ ਹਾਂ, ਸਮਝਦਾ ਹਾਂ। ਕਿਸ਼ੋਰ ਅਵਸਥਾ ਨੂੰ ਲੈ ਕੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਇੱਕ ਕਿਤਾਬ ਅਨੁਵਾਦ ਕਰਨ ਨੂੰ ਮਿਲੀ। ਫਿਰ ਸਿਹਤ ਮਹਿਕਮੇ ਵੱਲੋਂ ਕਿਸ਼ੋਰਾਂ ਨੂੰ ਲੈ ਕੇ ਇੱਕ ਕਲੀਨਿਕ ਖੋਲ੍ਹਣ ਦਾ ਸੁਝਾਅ ਆਇਆ। ਕੁਝ ਹੋਰ ਜਾਣਿਆ ਪੜ੍ਹਿਆ। ਮੇਰੇ ਕਾਲਜ 'ਚ ਪੜ੍ਹਾਉਣ ਦੇ ਸਮੇਂ 'ਚ ਇੱਕ ਨਵਾਂ ਵਰਗ ਸੀ, ਬਚਪਨ, ਜਵਾਨੀ, ਬੁਢਾਪੇ ਤੋਂ ਵੱਖਰਾ। ਮੈਂ ਇੱਕ ਕਿਤਾਬ ਲਿਖ ਸਕਿਆ, ਜਵਾਨ ਹੋ ਰਹੇ ਧੀਆਂ ਪੁੱਤ। ਕਿਸ਼ੋਰ ਵਰਗ 'ਤੇ ਕੰਮ ਕਰਦਿਆਂ ਜਦੋਂ ਇਹਨੂੰ ਬਚਪਨ ਨਾਲ ਜੋੜਿਆ ਤਾਂ ਬਾਲ ਮਨੋਵਿਗਿਆਨ ਨਾਲ ਜੁੜੀਆਂ, ਬੱਚੇ ਕਦੇ ਤੰਗ ਨਹੀਂ ਕਰਦੇ, ਬੱਚੇ ਨੂੰ ਬੱਚਾ ਨਾ ਸਮਝੋ, ਸ਼ਰਾਰਤੀ ਬੱਚੇ ਕਿਤਾਬਾਂ ਲਿਖੀਆਂ ਗਈਆਂ। ਇਹ ਸਮਾਜ ਮਨੋਵਿਗਿਆਨ ਨਾਲ ਜੁੜੇ ਪੱਖ ਸਨ। ਇਹਨਾਂ ਨੂੰ ਲਿਖਣ ਵੇਲੇ ਮੇਰੀ MBBS ਦੀ ਪੜ੍ਹਾਈ ਦੌਰਾਨ ਮਨੁੱਖੀ ਸਰੀਰ ਦੀ ਬਣਤਰ ਤੇ ਕਾਰਜ ਪ੍ਰਣਾਲੀ ਮੇਰੇ ਸਾਹਮਣੇ ਰਹਿੰਦੀ। ਕਮਿਊਨਿਟੀ ਮੈਡੀਸਨ ਦੀ ਸਮਾਜਿਕ ਪਰਿਪੇਖ ਵਾਲੀ ਸਮਝ ਵੀ ਨਾਲ ਹੁੰਦੀ। ਸਮਾਜ ਵਿਗਿਆਨ ਰਾਹੀਂ ਜਾਣੀ ਸਮਾਜ ਦੀ ਬਣਤਰ ਤੇ ਮਨੋਵਿਗਿਆਨ ਰਾਹੀਂ ਪੜ੍ਹੀ ਮਨੁੱਖੀ ਮਨ ਦੀ ਬਣਤਰ ਦਾ ਪ੍ਰਭਾਵ ਕਦੇ ਨਾ ਵਿਸਰਦਾ। ਮੈਂ ਤਿੰਨਾਂ ਪੱਖਾਂ ਸਰੀਰ, ਮਨ, ਸਮਾਜ ਨੂੰ ਇੱਕ ਸੰਤੁਲਨ 'ਚ ਰੱਖ ਕੇ ਮਨੁੱਖੀ ਸੁਭਾਅ ਨੂੰ ਸਮਝਦਾ ਤੇ ਪੇਸ਼ ਕਰਦਾ। ਮੈਂ ਸਮਝਦਾ ਇਸੇ ਸਮਝ ਦੇ ਨਤੀਜੇ ਵਜੋਂ ਕਵਿਤਾ ਵੀ ਲਿਖੀ ਜਾਂਦੀ ਹੈ, ਲੰਬੀ ਕਹਾਣੀ ਵੀ, ਨਾਟਕ ਵੀ, ਤੇ ਇਸੇ ਸਮਝ ਵਿੱਚੋਂ ਲੇਖ ਲਿਖੇ ਗਏ ਹੈ। ਕੀ ਤੇ ਕਿਉਂ ਲਿਖਣ ਬਾਰੇ ਮੇਰੇ ਕੋਲ ਆਪਣੇ ਜਵਾਬ ਹਨ, ਪਰ ਜਦੋਂ ਕੋਈ ਇਹ ਪੁੱਛ ਰਿਹਾ ਹੁੰਦਾ ਤੁਸੀਂ ਕਿਉਂ ਲਿਖਦੇ ਹੋ ਤਾਂ ਉਹ ਕਿਸੇ ਹੋਰ ਜਵਾਬ ਦੀ ਉਡੀਕ 'ਚ ਹੁੰਦਾ ਹੈ, ਖਾਸ ਕਰ ਮੇਰੇ ਸੰਦਰਭ 'ਚ ਕਿ ਮੇਰੇ ਕੋਲ ਇੱਕ ਖਾਸ ਹੁਨਰ ਹੈ ਮੈਡੀਕਲ ਵਿਗਿਆਨ ਦਾ, ਬਿਮਾਰੀ ਦਾ, ਇਲਾਜ ਦਾ। ਮੈਂ ਪ੍ਰੈਕਟਿਸ ਕਰ ਸਕਦਾ, ਅੰਮ੍ਰਿਤਸਰ ਵਰਗੇ ਸ਼ਹਿਰ 'ਚ ਕਿਸੇ ਵੀ ਹਸਪਤਾਲ, ਨਰਸਿੰਗ ਹੋਮ ਨਾਲ ਜੁੜ ਸਕਦਾ, ਪਰ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਮੈਂ ਪ੍ਰੈਕਟਿਸ ਦੀ ਥਾਂ ਲਿਖਣ ਜਾਂ ਇੱਧਰ ਉੱਧਰ ਸੈਮੀਨਾਰ 'ਚ ਜਾਣਾ ਕਿਉਂ ਪਸੰਦ ਕਰਦਾ? ਮੈਂ ਅਖਬਾਰ 'ਚ ਲਿਖਣਾ ਕਿ ਮੈਨੂੰ ਪੈਸੇ ਮਿਲਦੇ ਹੈ, ਕਿ ਮੈਨੂੰ ਕਿਤਾਬਾਂ ਦੀ ਰਾਇਲਟੀ ਮਿਲਦੀ ਹੈ, ਮਤਲਬ ਉੱਪਰੋਂ ਕੋਈ ਕਮਾਈ ਹੈ? ਜੇ ਨਹੀਂ ਤਾਂ ਫਿਰ ਕੀ ਫਾਇਦਾ? ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਵੱਡਾ ਸਵਾਲ ਹੈ, ਸੁਲਝਾਉਣ ਦੀ ਬਜਾਏ ਸਗੋਂ ਪੇਚੀਦਾ ਗੁੰਝਲਦਾਰ ਹੋ ਰਿਹਾ। ਇਸ ਸਵਾਲ ਦੇ ਕਈ ਜਵਾਬ ਹੋ ਸਕਦੇ ਆ ਕਿ ਮੈਨੂੰ ਕੀ ਮਿਲਦਾ ਹੈ। ਪੈਸੇ ਤੋਂ ਇਲਾਵਾ ਕੋਈ ਮਾਨ ਸਨਮਾਨ ਮਿਲਣ ਦੀ ਸੰਭਾਵਨਾ, ਵਾਹਵਾਹੀ, ਸ਼ੋਹਰਤ। ਮੈਂ ਕਈ ਵਾਰ ਆਪਣੇ ਆਪ ਨੂੰ ਜਵਾਬ ਦਿੰਦਾ ਕਿ ਲਿਖਣਾ ਤੇਰੇ 'ਤੇ ਕਿਸੇ ਨੇ ਠੋਸਿਆ,
ਕੁਝ ਲਿਖਣਾ ਕਿ ਮੇਰੀ ਰੋਜ਼ਾਨਾ ਸਰਕਾਰੀ ਤਨਖਾਹ ਲੈਣ ਵਾਲੀ ਡਿਊਟੀ ਦਾ ਹਿੱਸਾ ਹੈ। ਫਿਰ ਕਿਉਂ ਲਿਖਦਾ? ਮੈਂ ਖੁਦ ਹੀ ਚੁਣਿਆ ਲਿਖਣਾ। ਜੇਕਰ ਖੁਦ ਚੁਣਿਆ ਹੈ ਜਾਂ ਫਿਰ ਕਿਸੇ ਤੋਂ ਕੀ ਆਸ ਕੇ ਮੇਰਾ ਮਾਣ ਹੋਵੇ, ਪਛਾਣ ਹੋਵੇ, ਕੁਝ ਮਿਲੇ, ਪੈਸਾ ਜਾਂ ਕੋਈ ਅਹੁਦਾ। ਇਨਾਮਾਂ ਸਨਮਾਨਾਂ ਦੀ ਪ੍ਰਕਿਰਿਆ ਦਾ ਸਭ ਨੂੰ ਪਤਾ ਹੈ ਕਿ ਇਹਨਾਂ ਨਾਲ ਤਿਕੜਮ ਕਿਵੇਂ ਹੁੰਦੀ ਹੈ। ਇਹ ਠੀਕ ਹੈ, ਮੈਂ ਲਿਖਣਾ ਖੁਦ ਸ਼ੁਰੂ ਕੀਤਾ, ਲਿਖਣਾ ਜਾਰੀ ਵੀ ਰੱਖਿਆ। ਹੁਣ ਜੇ ਕੋਈ ਪੁੱਛੇ ਤਾਂ ਮੈਂ ਕਹਿ ਸਕਦਾ ਕਿ ਮੈਂ ਹਰ ਰੋਜ਼ ਲਿਖਦਾ ਕੁਝ ਵੀ। ਮੈਂ ਲਗਾਤਾਰ ਨਵਾਂ ਜ਼ਮਾਨਾ ਵਿੱਚ ਹਫ਼ਤਾਵਾਰੀ ਕਾਲਮ ਲਿਖਿਆ। ਹਫ਼ਤੇ 'ਚ ਇੱਕ ਮੁੱਦਾ ਤਾਂ ਮਿਲ ਹੀ ਜਾਂਦਾ ਹੈ। ਨਵਾਂ ਜ਼ਮਾਨਾ ਦੇ ਸਹਿ ਸੰਪਾਦਕ ਬਲਵਿੰਦਰ ਕਈ ਸਾਲ ਮੈਨੂੰ ਯਾਦ ਕਰਾਉਂਦੇ ਰਹੇ ਕਿ ਇੱਕ ਅੱਧਾ ਆਰਟੀਕਲ ਸਾਡੇ ਲਈ ਵੀ ਲਿਖ ਦਿਆ ਕਰੋ। ਬਿਮਾਰੀ ਦੇ ਦੌਰਾਨ ਮੈਂ ਹਫ਼ਤਾਵਾਰੀ ਸਟਾਰਟਰ ਆਫ ਵੀਕ ਲਿਖਦਾ ਤੇ ਕੁਝ ਦੋਸਤਾਂ ਨਾਲ ਸਾਂਝਾ ਕਰਦਾ। ਲੇਖ ਕਦੀ ਲਿਖਣਾ 2 ਕੁ ਮਹੀਨਿਆਂ 'ਚ ਇੱਕ ਵਾਰੀ ਤੇ ਪਹਿਲ ਹੁੰਦੀ ਸੀ, ਪੰਜਾਬੀ ਟ੍ਰਿਬਿਊਨ। ਪਰ ਇੱਕ ਵਾਰੀ ਲਗਾਤਾਰ ਲਿਖਣ ਦਾ ਮਨ ਬਣਾਇਆ ਤੇ ਮੈਂ ਬਲਵਿੰਦਰ ਹੋਰਾਂ ਨੂੰ ਹਫ਼ਤਾਵਾਰੀ ਕਾਲਮ ਲਿਖਣ ਬਾਰੇ ਦੱਸਿਆ ਤੇ ਉਹ ਤਿਆਰ ਹੋ ਗਏ। ਮੈਂ ਬੋਲ ਪਰਾਂ ਨੂੰ ਤੋਲ ਨਾਂ ਹੇਠ ਹਰ ਸੋਮਵਾਰ ਲਿਖਦਾ ਸੀ। ਸੋਮਵਾਰ ਦਾ ਦਿਨ ਮੈਂ ਹੀ ਕਿਹਾ ਸੀ ਕਿਉਂਕਿ ਇਸ ਦਿਨ ਤੋਂ ਨਵਾਂ ਹਫ਼ਤਾ ਸ਼ੁਰੂ ਹੁੰਦਾ ਹੈ। ਸੋਚਿਆ ਸੀ ਜਿੰਨਾ ਸਮਾਂ ਲਿਖਿਆ ਜਾਏਗਾ ਲਿਖਾਂਗਾ। ਪਰ 1 ਸਾਲ 52 ਹਫ਼ਤੇ ਇਹ ਲਗਾਤਾਰ ਜਾਰੀ ਰਿਹਾ। ਮੈਨੂੰ ਜ਼ਰੂਰ ਤਸੱਲੀ ਹੋਈ, ਭਾਵੇਂ ਕਿੰਨੇ ਕੁ ਪਾਠਕਾਂ ਤੱਕ ਪਹੁੰਚ ਸਕਿਆ ਇਹ ਗੱਲ ਵੱਖਰੀ ਹੈ। ਨਵਾਂ ਜ਼ਮਾਨਾ ਦੀ ਇੱਕ ਸੀਮਾ ਤਾਂ ਹੈ ਹੀ। ਮੈਂ ਲਿਖਣ ਲਈ ਤਸੱਲੀ ਨੂੰ ਤਰਜੀਹ ਦਿੱਤੀ ਹੈ। ਬਾਕੀ ਟ੍ਰਿਬਿਊਨ 'ਚ ਜਦੋਂ ਆਰਟੀਕਲ ਛਪਦਾ ਤਾਂ ਪੂਰਾ ਦਿਨ ਫੋਨ ਆਉਣੇ, ਉਹਨਾਂ ਨੇ ਮੇਰੀ ਕਲਮ ਦੇ ਇਸੇ ਤਰ੍ਹਾਂ ਚੱਲਦੇ ਰਹਿਣ ਦੀ ਦੁਆ ਕਰਨੀ। ਮੈਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਜਾਂ ਰਹਿ ਜਾਣ ਵਿੱਚ ਉਹਨਾਂ ਦੀਆਂ ਦੁਆਵਾਂ ਨੂੰ ਵੀ ਦੇਖਦਾ। ਉਹ ਜਦੋਂ ਦੱਸ ਰਹੇ ਨੇ ਉਹ ਜੋ ਮੈਨੂੰ ਜਾਣਦੇ ਨਹੀਂ, ਅਸੀਂ ਕਦੇ ਮਿਲੇ ਨਹੀਂ, ਉਹਨਾਂ ਦੀ ਇੱਛਾ 'ਤੇ ਫੁੱਲ ਚੜ੍ਹਾਉਣ ਲਈ ਮੈਨੂੰ ਵੀ ਤਾਂ ਕੁਝ ਕਰਨਾ ਹੀ ਚਾਹੀਦਾ। ਸ਼ਾਇਦ ਉਹ ਦੁਆਵਾਂ, ਸ਼ੁਭ ਕਾਮਨਾਵਾਂ ਕਰਕੇ ਜ਼ਿੰਦਗੀ 'ਚ ਨਿਰੰਤਰਤਾ ਬਣੀ ਹੋਈ ਹੈ। ਇਸ ਤਰ੍ਹਾਂ ਜੇ ਮੈਂ ਕਹਾਂ ਲਿਖਣ ਨੇ ਮੈਨੂੰ ਕੀ ਦਿੱਤਾ ਜਾਂ ਮੈਨੂੰ ਕੀ ਮਿਲਿਆ, ਮੈਂ ਕਿਸ ਕਰਕੇ ਲਿਖਦਾ, ਤਾਂ ਮੈਂ ਕਹਿ ਸਕਦਾ ਮੈਨੂੰ ਬਹੁਤ ਕੁਝ ਮਿਲਿਆ। ਉਹ ਸਭ ਜੋ ਮੈਂ ਕਦੀ ਸੋਚਿਆ ਵੀ ਨਹੀਂ ਸੀ ਤੇ ਉਹ ਸਭ ਜਿਹਦੀ ਮੈਨੂੰ ਲੋੜ ਸੀ। ਇੱਕ ਸਿਹਤਮੰਦ ਜ਼ਿੰਦਗੀ ਲਈ, ਇੱਕ ਅਜਿਹੀ ਤਾਉਮਰ ਚੱਲਣ ਵਾਲੀ ਬਿਮਾਰੀ ਨਾਲ ਬਾਖੂਬੀ ਸਮਾਂ ਲੰਘਾਉਣ ਦੀ ਹਿੰਮਤ। ਇਸ ਤਰ੍ਹਾਂ ਲਿਖਣ ਪੜ੍ਹਨ ਨੇ ਮੈਨੂੰ ਬਿਮਾਰੀ ਨਾਲ ਲੜਨ ਲਈ ਹੀ ਨਹੀਂ, ਉਹਨੂੰ ਪਛਾੜਨ 'ਚ ਮਦਦ ਕੀਤੀ ਹੈ। ਹੁਣ ਤਾਂ ਇਹਦੀ ਵਿਆਖਿਆ ਲਈ ਮੇਰੇ ਕੋਲ ਕੁਝ ਦਸਤਾਵੇਜ਼ ਵੀ ਹਨ। ਕਾਲਮ ਲਿਖਣ ਦਾ ਕੰਮ ਲਗਾਤਾਰ ਰਿਹਾ ਤੇ ਛਪਣ ਦਾ ਵੀ। ਭਾਵੇਂ ਸਮੇਂ-ਸਮੇਂ ਕਵਿਤਾ, ਮਿੰਨੀ ਕਹਾਣੀਆਂ ਵੀ ਲਿਖੀਆਂ। ਉਹਨਾਂ ਨੂੰ ਛਪਾਉਣ ਲਈ ਉੱਦਮ ਘੱਟ ਹੁੰਦੇ। ਕਾਲਮ ਲਿਖਦਿਆਂ ਇੱਕ ਸਬੱਬ ਬਣਿਆ ਜਦੋਂ ਕਰੋਨਾ ਬਿਮਾਰੀ ਨੇ ਦੁਨੀਆ ਭਰ 'ਚ ਦਸਤਕ ਦਿੱਤੀ। ਟੀਵੀ ਕੋਲ ਇਹ ਤੋਂ ਵੱਡਾ ਤੇ ਇੰਨਾ ਲੰਬਾ ਜਾਰੀ ਰਹਿਣ ਵਾਲਾ ਮੁੱਦਾ ਕਦੇ ਨਹੀਂ ਰਿਹਾ। ਮੈਨੂੰ ਪੰਜਾਬੀ ਟ੍ਰਿਬਿਊਨ ਦੇ ਦਫ਼ਤਰੋਂ ਫੋਨ ਆਇਆ ਕਿ ਲੋਕਾਂ 'ਚ ਡਰ ਬਹੁਤ ਵੱਧ ਗਿਆ ਹੈ, ਤੁਸੀਂ ਇਹਦੀ ਸੱਚਾਈ ਬਾਰੇ ਇੱਕ ਆਰਟੀਕਲ ਲਿਖੋ। ਇਹ ਉਹ ਸਮਾਂ ਸੀ ਜਦੋਂ ਦੇਸ਼ 'ਚ ਕੁਝ ਕੇਸ ਹੋਏ ਸਨ ਤੇ ਕੋਈ ਵੀ ਮੌਤ ਕਰੋਨਾ ਕਾਰਨ ਦਰਜ ਨਹੀਂ ਸੀ ਹੋਈ। ਵਿਸ਼ਵ ਦੇ ਦੇਸ਼ਾਂ ਨੂੰ ਲੈ ਕੇ ਇਹਦੀ ਡਰਾਉਣ ਵਾਲੀ ਤਸਵੀਰ ਬਣਾਈ ਜਾ ਰਹੀ ਸੀ ਤੇ ਮੀਡੀਆ ਪੇਸ਼ ਕਰ ਰਿਹਾ ਸੀ। ਮਾਰਚ 2020 ਦੇ ਮੱਧ ਦੀ ਗੱਲ ਹੈ ਜਦੋਂ ਮੈਂ ਰਾਤੀ ਟੀਵੀ ਤੇ ਖਬਰਾਂ ਸੁਣ ਰਿਹਾ ਸੀ। ਇੱਕ ਚੈਨਲ ਦਾ ਐਂਕਰ ਕਹਿ ਰਿਹਾ ਸੀ ਦੇਸ਼ 'ਚ ਕਰੋਨਾ ਦੇ ਕੇਸਾਂ ਨੇ ਕੀਤਾ 100 ਦਾ ਅੰਕੜਾ ਪਾਰ। ਮੈਡੀਕਲ ਦਾ ਵਿਦਿਆਰਥੀ ਹੋਣ ਦੇ ਨਾਤੇ ਮੇਰੇ ਲਈ ਕੋਈ ਅਜੀਬ ਅੰਕੜਾ ਨਹੀਂ ਸੀ, ਡਰਾਉਣ ਵਾਲਾ ਤਾਂ ਬਿਲਕੁਲ ਨਹੀਂ, ਪਰ ਐਂਕਰ ਦੀ ਪੇਸ਼ਕਸ਼ ਜ਼ਰੂਰ ਅਜੀਬ ਲੱਗੀ। ਸਵਾਲ ਉੱਠਿਆ, ਇਹ ਕਿਸ ਤਰ੍ਹਾਂ ਦੀ ਰਿਪੋਰਟਿੰਗ ਹੈ? ਅਜੇ ਕੇਸ ਹਨ, ਮੌਤਾਂ ਨਹੀਂ। ਜਿਸ ਦੇਸ਼ 'ਚ ਕਰੋੜਾਂ ਲੋਕ ਹਰ ਰੋਜ਼ ਭੁੱਖੇ ਸੌਂਦੇ ਹੋਣ, ਲੱਖਾਂ ਲੋਕਾਂ ਨੂੰ ਟੀਬੀ ਹੋਵੇ, ਉੱਥੇ ਇਹ ਅੰਦਾਜ਼ ਆਪਣੇ ਆਪ 'ਚ ਸਵਾਲ ਖੜੇ ਕਰਨ ਵਾਲਾ ਸੀ। ਮੈਂ ਟ੍ਰਿਬਿਊਨ ਲਈ ਲੇਖ ਲਿਖਿਆ, ਕਰੋਨਾ ਵਾਇਰਸ, ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ, ਜੋ 17 ਮਾਰਚ 2020 ਨੂੰ ਛਪਿਆ। ਫਿਰ ਜਨਤਾ ਕਰਫਿਊ ਦੇ 21 ਦਿਨਾਂ ਦਾ ਲਾਕਡਾਊਨ, ਜੋ ਕਿ ਸਿਹਤ ਤੇ ਬਿਮਾਰੀਆਂ ਦੇ ਇਤਿਹਾਸ 'ਚ ਨਵਾਂ ਵਰਤਾਰਾ ਸੀ। ਭਾਵੇਂ ਵਿਦੇਸ਼ਾਂ 'ਚ ਇਹਦਾ ਤਜਰਬਾ ਹੋ ਰਿਹਾ ਸੀ। ਮੇਰੇ ਲੇਖ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾਕਟਰ ਸਵਰਾਜ ਬੀਰ ਨਾਲ ਗੱਲ ਹੋਈ ਤਾਂ ਉਹਨਾਂ ਕਿਹਾ ਮੇਰੀ ਇੱਛਾ ਹੈ ਕਿ ਇਸ ਹਾਲਤ ਨੂੰ ਲੈ ਕੇ ਥੋੜ੍ਹਾ ਬਹੁਤ ਹਰ ਰੋਜ਼ ਲਿਖਿਆ ਜਾਏ, ਕਿਉਂਕਿ ਬਿਮਾਰੀ ਨੂੰ ਲੈ ਕੇ ਡਰ ਵਹਿਮ ਬਹੁਤ ਹੈ। ਮੈਂ ਕਿਹਾ ਵਧੀਆ ਗੱਲ ਹੈ। 2 ਕੁ ਛੋਟੇ ਪੀਸ ਲਿਖ ਕੇ ਭੇਜ ਦਿੱਤੇ ਤੇ ਕਿਹਾ ਕਿ ਜਦੋਂ ਕੋਈ ਹੋਰ ਨਾ ਹੋਵੇ ਇਹ ਇਸਤੇਮਾਲ ਕਰ ਲੈਣਾ। ਮੈਂ ਦੇਖਿਆ ਉਹਨਾਂ ਛੋਟੇ ਲੇਖਾਂ ਨਾਲ ਹੀ ਸੁਚੇਤ ਰਹੋ ਕਾਲਮ ਦੀ ਸ਼ੁਰੂਆਤ ਹੋ ਗਈ ਤੇ ਦੋਵੇਂ ਨਾਲੋਂ ਨਾਲ ਛਪ ਗਏ। ਮੈਂ 1-2 ਹੋਰ ਲਿਖੇ, ਫਿਰ ਜਿਵੇਂ ਉਹ ਲੇਖ ਲੜੀ ਮੇਰੇ ਲਈ ਰਾਖਵੀਂ ਹੋ ਗਈ। ਮੈਂ ਰੋਜ਼ ਹੀ ਕੋਈ ਨਾ ਕੋਈ ਮੁੱਦਾ ਕਰੋਨਾ ਨਾਲ ਜੋੜ ਕੇ ਲਿਖ ਭੇਜਦਾ। ਮੈਂ ਖੁਦ ਹੈਰਾਨ ਹੋਇਆ ਕਿ ਇਹ ਗਿਣਤੀ 65 ਤੱਕ ਪਹੁੰਚ ਗਈ। ਹਰ ਰੋਜ਼ ਬਿਨਾਂ ਨਾਗਾ ਕਰੋਨਾ ਬਿਮਾਰੀ ਦੇ ਲੱਛਣ, ਬਚਾਅ, ਇਲਾਜ ਤੋਂ ਸ਼ੁਰੂ ਕਰਕੇ ਮਜ਼ਦੂਰ, ਆਰਥਿਕਤਾ, ਮਾਨਸਿਕਤਾ, ਸਮਾਜਿਕ ਸਰੀਰਕ ਦੂਰੀ, ਧਾਰਮਿਕ ਰੰਗਤ, ਕੁਦਰਤ ਤੇ ਧਰਤੀ, ਫਿਰ ਹੌਲੀ-ਹੌਲੀ ਨਵੇਂ ਪ੍ਰਪੇਖ ਜਿਵੇਂ ਆਨਲਾਈਨ ਐਜੂਕੇਸ਼ਨ,
ਟੈਲੀਮੈਡੀਸਨ, ਈ-ਕਾਮਰਸ, ਮੀਡੀਆ ਦੀ ਭੂਮਿਕਾ ਅਤੇ ਰਾਜਨੀਤੀ ਤੇ ਪੂੰਜੀਵਾਦ ਦਾ ਲੁਕਵਾਂ ਹੱਥ ਇਸ ਤਰ੍ਹਾਂ ਜਾਣਿਆ ਜਾਣ ਲੱਗਾ ਜਿਵੇਂ ਮੈਂ ਕਰੋਨਾ ਮਹਾਮਾਰੀ ਦਾ ਮਾਹਰ ਹੋਵਾਂ। ਕਿਉਂ ਜੋ ਟੀਵੀ, YouTube ਚੈਨਲ, ਮੈਗਜ਼ੀਨਾਂ ਲਈ ਲੇਖਕਾਂ ਵਾਸਤੇ ਫਰਮਾਇਸ਼ ਹੋਣ ਲੱਗੀ। ਹਰ ਰੋਜ਼ ਲਿਖਣਾ, ਹਰ ਰੋਜ਼ ਟੈਲੀਫੋਨ ਤੇ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਤਾਰੀਫ ਵੀ ਅਤੇ ਨਵੇਂ ਸਵਾਲ ਵੀ। ਸੈਂਕੜੇ ਪ੍ਰਤੀਕਰਮ ਆਏ ਹੋਣਗੇ, ਪਰ ਸਭ ਦੀ ਇੱਕ ਗੱਲ ਸਾਂਝੀ ਸੀ। ਸਵੇਰੇ ਤੁਹਾਡੀ ਲਿਖਤ ਪੜ੍ਹ ਕੇ ਹੌਸਲਾ ਮਿਲਦਾ ਹੈ, ਡਰ ਨੂੰ ਦੂਰ ਕਰਦੀ ਹੈ ਤੁਹਾਡੀ ਲਿਖਤ। ਮੈਨੂੰ ਤਸੱਲੀ ਹੁੰਦੀ ਕਿਉਂਕਿ ਮੇਰੀ ਇਹ ਸਮਝ ਹਮੇਸ਼ਾ ਰਹੀ ਹੈ ਕਿ ਸੱਭਿਅ ਸਮਾਜ ਵਿੱਚ ਡਰ ਦਾ ਹੋਣਾ ਉਸ ਸਮਾਜ ਦੇ ਵਿਕਾਸ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਡਰ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਮੈਂ ਆਪਣੀ ਬਿਮਾਰੀ ਨੂੰ ਲੈ ਕੇ ਡਰ ਨੂੰ ਕਦੇ ਆਪਣੇ ਮਨ 'ਚ ਥਾਂ ਨਹੀਂ ਦਿੱਤੀ, ਸਗੋਂ ਮੈਂ ਬਿਮਾਰੀ ਦੇ ਸ਼ੁਰੂਆਤੀ ਦਿਨਾਂ 'ਚ ਆਪਣੀ MD ਕਰਨ ਤੋਂ ਫੌਰਨ ਬਾਅਦ ਸ਼ੂਗਰ ਰੋਗ ਨੂੰ ਲੈ ਕੇ ਕਿਤਾਬਚਾ ਲਿਖਿਆ। ਸ਼ੂਗਰ ਰੋਗ ਨਾਲ ਸਿਹਤਮੰਦ ਜ਼ਿੰਦਗੀ, ਉਹ ਵੀ ਬੜੇ ਮਾਣ ਨਾਲ ਪੜ੍ਹੀ ਗਈ, ਹਜ਼ਾਰਾਂ ਦੀ ਗਿਣਤੀ ਵਿੱਚ। ਇਸ ਸੰਦਰਭ ਵਿੱਚ WhatsApp 'ਤੇ ਕਈ ਸੁਨੇਹੇ ਆਏ, ਉਹਨਾਂ 'ਚ ਕੁਝ ਮੇਰੇ ਲਈ ਹੌਸਲਾ ਵੀ ਸੀ, ਮੇਰਾ ਮਾਣ ਵੀ। ਵਰਗ ਚੇਤਨਾ ਚੰਡੀਗੜ੍ਹ ਦੇ ਸੰਪਾਦਕ ਯਸ਼ਪਾਲ ਨੇ ਲਿਖਿਆ, ਡਾਕਟਰ ਸਾਹਿਬ ਤੁਹਾਡੀਆਂ ਹਰ ਰੋਜ਼ ਦੀਆਂ ਕਰੋਨਾ ਵਾਇਰਸ ਸਥਿਤੀ ਨਾਲ ਜੁੜੀਆਂ ਵੱਖ-ਵੱਖ ਨੁਕਤਿਆਂ ਨੂੰ ਲੈ ਕੇ ਸੰਖੇਪ ਟਿੱਪਣੀਆਂ ਬਹੁਤ ਸਾਰਥਿਕ ਭੂਮਿਕਾ ਨਿਭਾ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਡਾਕਟਰ ਕੁਲਦੀਪ ਪੁਰੀ ਨੇ ਲਿਖਿਆ, ਥੈਂਕ ਯੂ ਫॉर ਰਾਈਟਿੰਗ ਸੱਚ ਕਲੀਅਰ, ਕ੍ਰਿਸਪ, ਐਜੂਕੇਟਿਵ ਪੀਸਿਸ ਐਵਰੀ ਡੇ। ਪੰਜਾਬੀ ਦੇ ਬਜ਼ੁਰਗ ਲੇਖਕ ਕਰਨੈਲ ਸਿੰਘ ਸੋਮਲ ਦੇ ਆਸ਼ੀਰਵਾਦ ਵਰਗੇ ਸ਼ਬਦ ਨੇ, ਡਾਕਟਰ ਸਾਹਿਬ ਤੁਹਾਡੀ ਕਲਮ ਚਾਨਣ ਵੀ ਦਿੰਦਾ ਹੈ ਅਤੇ ਬੌਧਿਕ ਰਸ ਵੀ। ਬੜੀਆਂ ਸੂਖਮ ਗੱਲਾਂ ਹੁੰਦੀਆਂ ਹਨ। ਵਿਰਾਟ ਸੋਚ ਵੱਖਰਾ ਆਨੰਦ ਦਿੰਦੀ ਹੈ। ਇਹ ਲੜੀ ਮੇਰੀ ਪਹਿਲੀ ਪਸੰਦ ਹੈ। ਜਿਹੜੀ ਠੋਕਦਾਰ ਪੰਜਾਬੀ ਤੁਸੀਂ ਲਿਖਦੇ ਹੋ, ਇਹਦਾ ਕੋਈ ਜਵਾਬ ਨਹੀਂ। ਤੁਹਾਡੀਆਂ ਲਿਖਤਾਂ ਪੰਜਾਬੀ ਸਾਹਿਤ ਵਿੱਚ ਨਿਵੇਕਲੀਆਂ ਅਤੇ ਲੰਮੀ ਉਮਰ ਵਾਲੀਆਂ ਹਨ। ਥਾਣੇ ਮੁੰਬਈ ਤੋਂ ਨਵਰਾਜ ਸੁਖਬੀਰ ਹੋਰਾਂ ਦਾ ਬੇਟਾ ਇੱਕ ਦਿਨ ਲਿਖ ਭੇਜਦਾ, ਇਟ ਮੇਡ ਐਕਸਲੈਂਟ, ਵੈਲ ਕੰਸੀਵਡ, ਵੈਲ ਰਿਸਰਚਡ and well-balanced written series which not only covered relevant medical aspects but also social, psychological and human ones। ਮੈਨੂੰ ਆਮ ਲੋਕਾਂ ਦੇ ਫੋਨ 'ਤੇ ਸੁਨੇਹੇ ਵੀ ਆਏ ਆਪਣੀ ਸ਼ੰਕਾ ਨਿਵਰਤੀ ਲਈ ਧੰਨਵਾਦ ਕਰਨ ਲਈ। ਅਜਿਹੇ ਵੀ ਸੀ ਜਿਨ੍ਹਾਂ ਨੇ ਮੇਰਾ ਲੇਖ ਪੜ੍ਹਨ ਲਈ ਪੰਜਾਬੀ ਟ੍ਰਿਬਿਊਨ ਲਗਵਾਈ ਅਤੇ ਡਰ ਦੇ ਇਸ ਮਾਹੌਲ 'ਚ ਕਿਸੇ ਵੀ ਚੀਜ਼ ਨੂੰ ਛੂਹਣ ਦੇ ਬਣਾਏ ਗਏ ਡਰ ਦੌਰਾਨ ਜਦੋਂ ਅਖਬਾਰਾਂ ਬੰਦ ਕਰਵਾਈਆਂ ਜਾ ਰਹੀਆਂ ਸਨ ਤਾਂ ਕਈਆਂ ਨੇ ਅਖਬਾਰਾਂ ਜਾਰੀ ਰੱਖਣ ਦਾ ਫੈਸਲਾ ਲਿਆ। ਇਹ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ। ਖੁਸ਼ੀ ਤੇ ਤਸੱਲੀ ਹੀ ਸਾਂਝਾ ਕਰਨ ਦੀ ਉਤਸੁਕਤਾ ਹੈ। ਇਹ ਜੋ ਲਿਖਣ ਦੇ ਇਵਜ਼ ਵਿੱਚ ਹਾਸਿਲ ਹੋਇਆ ਹੈ, ਇਸ ਸੰਦਰਭ ਵਿੱਚ ਅੰਮ੍ਰਿਤਸਰ ਤੋਂ ਇੱਕ ਮਿੱਤਰ ਪ੍ਰੋਫੈਸਰ ਲਖਵਿੰਦਰ ਗਿੱਲ ਦਾ ਇੱਕ ਦਿਨ ਫੋਨ ਆਇਆ। ਹਮੇਸ਼ਾ ਦੀ ਤਰ੍ਹਾਂ ਕਹਿਣ ਲੱਗੇ, ਮੈਂ ਤੁਹਾਡਾ ਹਰ ਲੇਖ ਬੜੇ ਗੌਰ ਨਾਲ ਪੜ੍ਹਦਾ। ਅੱਗੋਂ ਕਿਹਾ, ਹੈਰਾਨੀ ਹੁੰਦੀ ਹੈ, ਰੋਜ਼ ਲਿਖਣਾ ਤੇ ਕਦੇ ਕੋਈ ਦੁਹਰਾਓ ਨਹੀਂ, ਨਵੇਂ ਤੋਂ ਨਵਾਂ ਪਹਿਲੂ, ਕਮਾਲ ਹੈ, ਕਿਵੇਂ ਸੰਭਵ ਹੋ ਪਾਉਂਦਾ? ਮੈਂ ਕਿਹਾ, ਹੈਰਾਨ ਮੈਂ ਵੀ ਹਾਂ, ਕਦੇ ਸੋਚਿਆ ਵੀ ਨਹੀਂ ਸੀ। ਇੱਕ ਤਾਂ ਅਖਬਾਰ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਥਾਨ ਦਿੱਤਾ ਅਤੇ ਦੂਜਾ ਪਾਠਕਾਂ ਦਾ। ਉਂਝ ਮੈਂ ਵਿਸ਼ਲੇਸ਼ਣ ਕਰਦਾ ਕਿ ਇਹ ਸਭ ਤਾਂ ਹੀ ਸੰਭਵ ਹੋਇਆ ਹੈ ਕਿ ਮੈਂ ਸਰੀਰ ਵਿਗਿਆਨ ਡਾਕਟਰੀ ਦੇ ਨਾਲ ਸਮਾਜ ਅਤੇ ਮਨੋਵਿਗਿਆਨ ਦਾ ਵਿਦਿਆਰਥੀ ਹਾਂ ਅਤੇ ਮਨੁੱਖ ਨੂੰ ਤਿੰਨਾਂ ਦੇ ਸੁਮੇਲ ਨਾਲ ਸਮਝਣ ਦੀ ਕੋਸ਼ਿਸ਼ ਕਰਦਾ। ਇਹ ਸਮਝ ਮੈਨੂੰ ਮੇਰੀਆਂ ਮੈਡੀਕਲ ਨਾਲ ਜੁੜੀਆਂ ਸਿਲੇਬਸ 'ਚ ਲੱਗੀਆਂ ਇਮਤਿਹਾਨ ਖਾਤਰ ਪੜ੍ਹੀਆਂ ਗਿਣਤੀ ਦੀਆਂ ਕਿਤਾਬਾਂ ਨਾਲ ਨਹੀਂ ਮਿਲੀ। ਉਹਨਾਂ ਨਾਲ ਡਿਗਰੀ ਮਿਲੀ, ਨੌਕਰੀ ਮਿਲੀ। ਜੇਕਰ ਪ੍ਰੈਕਟਿਸ ਕਰਦਾ ਤਾਂ ਕੁਝ ਵੱਧ ਪੈਸੇ ਹੁੰਦੇ, ਕੁਝ ਪ੍ਰਾਪਰਟੀ ਜੋੜ ਲੈਂਦਾ, ਪਰ ਜੋ ਇਹਨਾਂ ਕਿਤਾਬਾਂ ਤੋਂ ਬਾਹਰ ਪੜ੍ਹਿਆ ਉਹਨਾਂ ਸਦਕਾ ਇਸ ਇੱਕ ਵਾਇਰਸ ਹੋਣ ਨਾਲ ਹੋਣ ਵਾਲੀ ਬਿਮਾਰੀ ਦੇ 65 ਰੰਗ ਦੇਖਣ ਨੂੰ ਦੀ ਨਜ਼ਰ ਮਿਲੀ। ਹੁਣ ਜੇ ਕੋਈ ਕਹੇ ਕਿ ਮੈਂ ਲਿਖਦਾ ਤਾਂ ਮੈਨੂੰ ਮਿਲਦਾ ਕੀ ਹੈ, ਤਾਂ ਜਵਾਬ ਇਸ ਉੱਪਰ ਲਿਖੇ ਸਭ ਕੁਝ ਵਿੱਚ ਪਿਆ ਹੈ। ਹੁਣ ਇਹ ਗੱਲ ਹੋਰ ਹੈ ਕਿ ਕੋਈ ਇਹਦਾ ਮੁੱਲ ਕਿਵੇਂ ਆਂਕਦਾ ਹੈ। ਧੰਨਵਾਦ।